ਮਾਂ ਇੱਕ ਬਹੁਤ ਵੱਡਾ ਸਮੁੰਦਰ ਹੈ ਨਾ। ਉਹਦੇ 'ਚ ਗੁੱਸਾ ਹੈ, ਪਿਆਰ ਹੈ, ਝਿੜਕਾਂ ਨੇ, ਬਹੁਤ ਕੁਝ ਸਮਾਈ ਬੈਠੀ ਆਪਣੇ ਅੰਦਰ। ਪਤਾ ਨਹੀਂ, ਮੈਂ ਬਹੁਤ ਵਾਰ ਆਪਣੇ ਆਪ ਨਾਲ ਵੀ ਇਹ ਸਵਾਲ ਕਰਦੀ ਹੁੰਨੀ ਆ ਕਿ ਮਤਲਬ ਔਰਤ ਨੂੰ ਰੱਬ ਬਣਾ ਕੇ ਹੀ ਇੱਦਾਂ ਦੀ ਭੇਜਦਾ ਹੈ। ਤੁਹਾਨੂੰ ਤੁਹਾਡੀ ਲਾਈਫ ਦੇ ਵਿੱਚ ਕਿਸ ਚੀਜ਼ ਨਾਲ ਸਭ ਤੋਂ ਜ਼ਿਆਦਾ ਮੋਹ ਹੈ? ਮੇਰੇ ਬੱਚਿਆਂ ਨਾਲ। 28 ਸਾਲਾਂ ਬਾਅਦ ਮੇਰੇ ਘਰ ਬੇਬੀ ਹੋਏ ਨੇ ਤੇ ਬਟ ਉਹ ਨਹੀਂ ਸੀ ਤਾਂ ਵੀ ਉਹ ਹੈਗੇ ਸੀ। ਸਾਨੂੰ ਕੁੜੀਆਂ ਨੂੰ ਨਾ ਬਹੁਤ ਸ਼ੌਂਕ ਮਾਰਨੇ ਪੈਂਦੇ ਆ ਤੇ ਮਾਂ ਤੋਂ ਬਾਅਦ, ਮਾਂ ਬਣਨ ਤੋਂ ਬਾਅਦ ਤਾਂ ਇੰਨੀ ਜ਼ਿਆਦਾ ਰਿਸਪੌਂਸਿਬਿਲਿਟੀਜ਼ ਹੋ ਜਾਂਦੀਆਂ ਨਾ ਕਿ ਸ਼ਾਇਦ ਉਹ ਸੁਪਰ ਵੂਮਨ ਵਾਲੀ ਐ ਲੱਗਦੀ ਹੈ। ਨਹੀਂ, ਮੈਂ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ। ਜਦੋਂ ਅਸੀਂ ਮਾਪਿਆਂ ਦੇ ਘਰ ਹੁੰਦੇ ਹਾਂ, ਭਾਵੇਂ ਉੱਥੇ ਸਾਨੂੰ ਕਿੰਨੀ ਵੀ ਆਜ਼ਾਦੀ ਹੋਵੇ, ਉੱਥੇ ਬਹੁਤ ਗੱਲਾਂ ਤੋਂ ਸਾਨੂੰ ਰੋਕਿਆ ਜਾਂਦਾ ਤੇ ਸਾਨੂੰ ਰੁਕਣਾ ਵੀ ਪੈਂਦਾ ਹੈ। ਮਤਲਬ ਜਿਵੇਂ ਹੁਣ ਮੇਰਾ ਬ੍ਰਦਰ ਹੈ, ਮੈਂ ਆ ਤੇ ਮੇਰੀ ਮੌਮ ਨੇ ਨਾ ਕਦੇ ਵੀ ਮਤਲਬ ਐ ਨਹੀਂ ਫਰਕ ਨਹੀਂ ਕੀਤਾ ਸਾਡੇ ਵਿੱਚ। ਮਤਲਬ ਕਹਿ ਲਓ ਪਿਆਰ ਨਾਲ ਵਿਗਾੜਿਆ ਬਹੁਤ ਹੈ, ਅਸੀਂ ਵਿਗੜੇ ਵੀ ਬਹੁਤ ਹਾਂ ਕਿ ਅਗਰ ਸਾਨੂੰ ਚੀਜ਼ ਚਾਹੀਦੀ ਹੈ ਤਾਂ ਚਾਹੀਦੀ ਹੈ। ਤਾਂ ਤੁਸੀਂ ਕਿੱਦਾਂ ਦੇ ਮੌਮ ਹੋ? ਤੁਸੀਂ ਵੀ ਵਿਗਾੜਿਆ ਹੈ ਉਹਦੇ ਬੱਚਿਆਂ ਨੂੰ? ਮੇਰੇ ਕਿਡਸ ਹਜੇ ਛੋਟੇ ਆ, ਪਰ ਜਿਵੇਂ ਤੁਸੀਂ ਕਿਹਾ ਵੀ ਤੁਹਾਡੇ ਮੰਮਾ ਨੇ ਤੁਹਾਨੂੰ ਵਿਗਾੜਿਆ, ਮੇਰੇ ਫਾਦਰ ਸਾਹਿਬ ਨੇ ਸਾਨੂੰ, ਮਤਲਬ ਅਸੀਂ 2 ਸਿਸਟਰ 2 ਬ੍ਰਦਰ ਹੈ। ਮੇਰੇ ਫਾਦਰ ਸਾਹਿਬ ਨੇ ਸਾਨੂੰ ਕੁੜੀਆਂ ਨੂੰ ਬਹੁਤ ਵਿਗਾੜਿਆ। ਮਤਲਬ ਉਹਨਾਂ ਨੇ ਸਾਨੂੰ ਪੁੱਤਾਂ ਤੋਂ ਵੱਧ ਕੇ ਪਾਲਿਆ। ਕਿ ਦੋਵਾਂ ਮਦਰਹੁੱਡ ਦੇ ਵਿੱਚ ਫਰਕ ਹੈ ਜਨਰੇਸ਼ਨ ਵਾਈਜ਼। ਅੱਜ ਦੇ ਮਦਰਹੁੱਡ ਦੀ ਗੱਲ ਕਰੀਏ ਤਾਂ ਤੁਹਾਨੂੰ ਲੱਗਦਾ ਕਿ ਦੋਵਾਂ ਮਦਰਹੁੱਡ ਦੇ ਵਿੱਚ ਫਰਕ ਹੈ ਜਨਰੇਸ਼ਨ ਵਾਈਜ਼? ਹਾਂ ਰਜੀ, ਫਰਕ ਤਾਂ ਹੈਗਾ ਹੀ ਹੈ। ਦੇਖੋ, ਜਦੋਂ ਅਸੀਂ ਬੱਚੇ ਸੀ, ਛੋਟੇ ਸੀ, ਸਾਂਝੇ ਪਰਿਵਾਰ ਸੀਗੇ। ਸਤਿ ਸ਼੍ਰੀ ਅਕਾਲ। ਫਿਲਮੀ ਜੰਕਸ਼ਨ ਦੇਖਦੇ ਸਾਰੇ ਦਰਸ਼ਕਾਂ ਦਾ ਮੈਂ ਜਸਵੀਰ ਸਵਾਗਤ ਕਰਦੀ ਹਾਂ। ਅੱਜ ਸਾਡੇ ਨਾਲ ਬੜੇ ਪਿਆਰੇ ਜਿਹੇ ਗੈਸਟ ਮੌਜੂਦ ਹੈ, ਅਨੀਤਾ ਮੀਤ ਜੀ। ਸਤਿ ਸ਼੍ਰੀ ਅਕਾਲ ਮੈਮ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਤੁਸੀਂ ਮੈਨੂੰ ਯਾਦ ਕੀਤਾ। ਨਹੀਂ ਮੈਮ, ਅਸੀਂ ਰੋਜ਼ ਹੀ ਤੁਹਾਨੂੰ ਯਾਦ ਕਰਦੇ ਹਾਂ। ਕਿਵੇਂ ਹੋ? ਮੈਂ ਠੀਕ ਹਾਂ, ਹੋਪ ਤੁਸੀਂ ਵੀ ਠੀਕ ਹੋਵੋਗੇ। ਬਹੁਤ ਵਧੀਆ। ਸੋ ਅੱਜ ਮੈਂ ਤੁਹਾਡੇ ਨਾਲ ਜੋ ਮਕਸਦ ਤੁਹਾਨੂੰ ਮਿਲਣ ਦਾ ਹੈ ਨਾ, ਅੱਜ ਇਹ ਹੈ ਕਿ ਮੈਂ ਤੁਹਾਡੇ ਨਾਲ ਮਦਰਹੁੱਡ 'ਤੇ ਗੱਲ ਕਰਨਾ ਚਾਹੁੰਦੀ ਹਾਂ। ਅਸੀਂ ਆਮ ਤੌਰ ਤੇ ਵੇਖਦੇ ਹਾਂ ਕਿ ਤੁਸੀਂ ਮਦਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਂਦੇ ਹੋ। ਸੋ ਤੁਹਾਡੇ ਲਈ ਮਦਰਹੁੱਡ ਕੀ ਹੈ ਮੈਮ? ਹਰ ਔਰਤ ਦੇ ਅੰਦਰ ਇੱਕ ਮਾਂ ਹੈਗੀ ਹੈ ਨਾ। ਸੋ ਮੇਰੇ ਲਈ ਮਦਰਹੁੱਡ ਦਾ ਮੀਨਿੰਗ ਹੈ ਪੂਰੀ ਕਾਇਨਾਤ। ਮਾਂ ਇੱਕ ਬਹੁਤ ਵੱਡਾ ਸਮੁੰਦਰ ਹੈ ਨਾ। ਉਹਦੇ 'ਚ ਗੁੱਸਾ ਹੈ, ਪਿਆਰ ਹੈ, ਝਿੜਕਾਂ ਨੇ, ਬਹੁਤ ਕੁਝ ਸਮਾਈ ਬੈਠੀ ਆਪਣੇ ਅੰਦਰ। ਔਰ ਸੈਕਰੀਫਾਈਸਿਸ ਨੇ, ਬਹੁਤ ਕੁਝ ਹੈ ਮਾਂ ਦੇ ਅੰਦਰ। ਮਾਂ ਕਦੇ ਥੱਕਦੀ ਨਹੀਂ, ਮਾਂ ਕਦੇ ਅੱਕਦੀ ਨਹੀਂ, ਮਾਂ ਕਦੇ ਭੁੱਖੀ, ਮਾਂ ਨੂੰ ਭੁੱਖ ਹੀ ਨਹੀਂ ਲੱਗਦੀ ਜਦ ਤੱਕ ਬੱਚਾ ਭੁੱਖਾ ਹੈ। ਮਾਂ ਸੌ ਨਹੀਂ ਸਕਦੀ ਜਦ ਤੱਕ ਉਹਦਾ ਬੱਚਾ ਜਾਗਦਾ ਹੈ ਨਾ। ਮਤਲਬ ਲੋਟਸ ਆਫ ਸੈਕਰੀਫਾਈਸਿਸ ਦਾ ਨਾਂ ਹੈ ਮਾਂ। ਬਹੁਤ ਸਾਰੇ ਪਿਆਰ ਦਾ ਨਾਂ ਹੈ ਮਾਂ। ਬਹੁਤ ਸਾਰੀਆਂ ਕੁਰਬਾਨੀਆਂ ਦਾ ਨਾਂ ਹੈ ਮਾਂ। ਮਾਂ ਬਹੁਤ ਬਹੁਤ ਕੁਛ ਹੈ ਮਾਂ 'ਚ, ਮਤਲਬ ਤੁਸੀਂ ਸਮੋ ਨਹੀਂ ਸਕਦੇ, ਪੂਰੀ ਕਾਇਨਾਤ ਹੈ ਮਾਂ। ਸੋ ਮੇਰੇ ਹਿੱਸੇ ਮਾਵਾਂ ਦੇ ਰੋਲ ਆਏ ਹੈ, ਬਟ ਹੁਣ ਸਾਨੂੰ ਕੋਈ ਹੋਰ ਰੋਲ ਦਿੰਦਾ ਨਹੀਂ ਤੇ ਮਾਵਾਂ ਦੇ। ਅਸੀਂ ਤਾਂ ਬਹੁਤ ਛੋਟੀ ਉਮਰ 'ਚ ਸੀਗੇ ਜਦੋਂ, ਖੈਰ ਹਜੇ ਸਿਨੇਮਾ ਨਹੀਂ ਸੀ ਆਇਆ, ਦੂਰਦਰਸ਼ਨ ਸੀ, ਤਾਂ ਉਦੋਂ ਵੀ ਉੱਥੇ ਵੀ ਮਾਵਾਂ ਦੇ ਰੋਲ ਪਲੇ ਕਰਦੇ ਸੀ ਹੈ ਨਾ। ਸੋ ਯੰਗ ਏਜ ਵੀ ਮਾਵਾਂ ਦੇ ਰੋਲ ਪਲੇ ਕਰਦਿਆਂ ਦੇ ਲੰਘ ਗਈ, ਪਰ ਬਹੁਤ ਮਜ਼ਾ ਆਏ ਮਾਂ ਦਾ ਰੋਲ ਕਰਨ 'ਚ ਵੀ। ਮਾਂ 'ਚ ਵੀ ਬਹੁਤ ਸ਼ੇਡਸ ਨੇ ਹੈ ਨਾ। ਮੈਮ ਜਦੋਂ ਵੀ ਮਾਂ ਦਾ ਨਾਮ ਆਉਂਦਾ ਹੈ ਤਾਂ ਮਾਂ ਦੇ ਨਾਮ ਨਾਲ ਮਮਤਾ ਤਾਂ ਜੁੜੀ ਹੋਈ ਹੈ, ਜਿਵੇਂ ਤੁਸੀਂ ਕਿਹਾ ਸੈਕਰੀਫਾਈਸਿਸ, ਕੁਰਬਾਨੀਆਂ। ਤਾਂ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਕਿੰਨੇ ਕੁ ਸੈਕਰੀਫਾਈਸ, ਕੁਰਬਾਨੀਆਂ ਦਿੱਤੀਆਂ? ਬਿਕੋਜ਼ ਓਬਵੀਅਸਲੀ ਤੁਸੀਂ ਇੱਕ ਪ੍ਰੋਫੈਸ਼ਨਲ ਲਾਈਫ ਵੀ ਤੁਸੀਂ ਆਪਦੀ ਕਰਨੀ ਸੀ ਤੇ ਸਾਈਡ ਬਾਈ ਸਾਈਡ ਤੁਸੀਂ ਘਰ ਵੀ ਸੰਭਾਲਣਾ ਸੀ। ਸੋ ਉਹ ਚੀਜ਼ ਕਿੰਨਾ ਕੁ ਤੁਹਾਡੇ ਲਈ ਰਿਹਾ? ਰਜੇ, ਔਰਤ ਨੂੰ ਦੇਖੋ ਜਦੋਂ ਬਾਹਰ ਨਿਕਲਦੀ ਹੈ ਤਾਂ ਆਪਣੇ ਸਾਰੇ ਡਿਊਟੀਜ਼ ਪੂਰੀਆਂ ਕਰਕੇ ਬਾਹਰ ਨਿਕਲਦੀ ਹੈ। ਆਈ ਥਿੰਕ, ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਫੈਮਿਲੀ ਇਹ ਹੈ ਉਹ ਕਹਿੰਦੀ ਹੈ ਕਿ ਤੂੰ ਬਾਹਰ ਕੰਮ ਕਰਦੀ ਹੈ, ਤੂੰ ਘਰ ਦਾ ਰਹਿਣ ਦੇ। ਇਹ ਐਕਸਟਰਾ ਹੈ। ਜੇ ਅਸੀਂ ਬਾਹਰ ਆਪਣਾ ਕੋਈ ਸ਼ੌਕ ਪੂਰਾ ਕਰਨ ਲਈ ਜਾਂ ਆਪਣੀ ਕੋਈ ਡਿਊਟੀ ਪੂਰੀ ਕਰਨ ਲਈ, ਆਪਣੀ ਜੌਬ ਕਰਨ ਲਈ ਨਿਕਲਦੇ ਹਾਂ, ਤਾਂ ਸਾਡੀਆਂ ਜਿਹੜੀਆਂ ਘਰ ਦੀਆਂ ਜ਼ਿੰਮੇਵਾਰੀਆਂ ਉਹ ਉੱਥੇ ਹੀ ਨੇ, ਉਹ ਘੱਟ ਨਹੀਂ ਹੁੰਦੀਆਂ। ਉਹਨਾਂ ਨੂੰ ਅਸੀਂ ਡਿਨਾਈ ਕਰਕੇ ਬਾਹਰ ਨਹੀਂ ਨਿਕਲਦੇ, ਉਹਨਾਂ ਨੂੰ ਪੂਰੀਆਂ ਕਰਕੇ ਫਿਰ ਅਸੀਂ ਬਾਹਰ ਨਿਕਲਦੇ ਹਾਂ। ਸਾਨੂੰ ਉੱਥੇ ਕੋਈ ਐਕਸਕਿਊਜ਼ ਨਹੀਂ ਹੈਗਾ, ਸੌਰੀ ਟੂ ਸੇ, ਹੈ ਨਾ। ਕੋਆਪਰੇਸ਼ਨ ਨਹੀਂ ਹੈ ਕੋਈ। ਜਿਹੜਾ ਕੁਛ ਅਸੀਂ ਕਰਨਾ ਉਹ ਅਸੀਂ ਕਰਨਾ ਹੈ। ਮੈਂ ਅਕਸਰ ਸੋਚਦੀ ਹੁੰਦੀ ਹਾਂ, ਅਸੀਂ ਕਿਤੋਂ ਜਾ ਕੇ ਆਉਂਦੇ ਹਾਂ ਕੋਈ ਆਊਟਿੰਗ 'ਤੇ ਜਾਂ ਕਿਸੇ ਮੈਰਿਜ 'ਤੇ, ਤਾਂ ਘਰ ਆਉਂਦੇ ਹਾਂ ਤਾਂ ਸਾਰੀ ਫੈਮਿਲੀ ਕਹਿੰਦੀ ਵੀ ਬਹੁਤ ਥੱਕ ਗਏ, ਬਹੁਤ ਥੱਕ ਗਏ। ਅਤੇ ਵਿੱਚ ਲੇਡੀ ਵੀ ਹੁੰਦੀ ਹੈ, ਮਦਰ ਵੀ ਹੁੰਦੀ ਹੈ, ਮੈਂ ਵੀ ਹੁੰਦੀ ਹਾਂ ਮੰਨ ਲਓ, ਅਤੇ ਸਾਰੇ ਕਹਿਣਗੇ 1 ਕੱਪ ਚਾਹ ਹੋ ਜਾਵੇ। ਤਾਂ ਫੈਮਿਲੀ ਜਾਂ ਫੈਮਿਲੀ ਮੈਂਬਰਸ ਵੀ ਇਹ ਸਮਝਦੇ ਆ ਕਿ ਇਹ ਤਾਂ ਥੱਕੀ ਹੋਈ ਨਹੀਂ,
ਤੇ ਨਾ ਹੀ ਉਹਨੂੰ ਕਹਿਣ ਦਾ ਹੱਕ ਹੈ ਕਿ ਮੈਂ ਵੀ ਤਾਂ ਥੱਕ ਗਈ ਹਾਂ, ਚਾਹ ਕੋਈ ਹੋਰ ਬਣਾ ਲਵੇ। ਨਹੀਂ, ਉਹਨੇ ਆਪਣੀ ਡਿਊਟੀ ਆ ਕੇ ਕਰਨੀ ਹੈ। ਸ਼ਾਇਦ ਉਹਨੂੰ, ਔਰਤ ਨੂੰ ਇਸ ਗੱਲ 'ਚ ਮਜ਼ਾ ਵੀ ਆਉਂਦਾ। ਪਤਾ ਨਹੀਂ, ਮੈਂ ਬਹੁਤ ਵਾਰ ਆਪਣੇ ਆਪ ਨਾਲ ਵੀ ਇਹ ਸਵਾਲ ਕਰਦੀ ਹੁੰਨੀ ਆ ਕਿ ਮਤਲਬ ਔਰਤ ਨੂੰ ਰੱਬ ਬਣਾ ਕੇ ਹੀ ਇੱਦਾਂ ਦੀ ਭੇਜਦਾ ਕਿ ਉਹ ਸਾਰਾ ਕੁਝ ਕਰਕੇ ਵੀ, ਉਹ ਵੀ ਥੱਕੀ ਆ, ਉਹ ਫਿਰ ਵੀ ਹੱਸ ਕੇ ਕਹਿੰਦੀ ਆ ਓਕੇ ਮੈਂ ਬਣਾਉਂਦੀ ਆ, ਹੈ ਨਾ। ਸੋ ਮੈਂ ਵੀ, ਮੇਰੇ ਬੱਚੇ ਬਹੁਤ ਲੇਟ ਆਏ ਨੇ ਮੇਰੀ ਲਾਈਫ ਦੇ ਵਿੱਚ, 28 ਸਾਲਾਂ ਬਾਅਦ ਮੇਰੇ ਘਰ ਬੇਬੀ ਹੋਏ ਨੇ। ਤੇ ਬਟ ਉਹ ਨਹੀਂ ਸੀ ਤਾਂ ਵੀ ਉਹ ਹੈਗੇ ਸੀ, ਹੈ ਨਾ। ਉਦੋਂ ਵੀ ਮੈਂ ਛੋਟੀਆਂ ਛੋਟੀਆਂ ਉਹਨਾਂ ਦੀਆਂ ਮੈਨੂੰ ਲੱਗਦਾ ਸੀ ਕਿ ਮੈਂ ਡਿਊਟੀਜ਼ ਕਰਦੀ ਹਾਂ, ਅਗਰ ਨਹੀਂ ਵੀ ਹੈਗੇ ਉਹ ਤਾਂ, ਹੈ ਨਾ। ਆਪਣੀ ਕਲਪਨਾ 'ਚ ਮੈਂ ਬਾਹਰ ਕੰਮ ਕਰਦੀ ਰਹੀ ਹਾਂ, ਆਪਣੀਆਂ ਸਾਰੀਆਂ ਡਿਊਟੀਜ਼ ਨਿਭਾ ਕੇ ਹੀ ਬਾਹਰ ਨਿਕਲਦੀ ਸੀ। ਹੁਣ ਇਹ ਹੈ ਕਿ ਹੁਣ ਵੀ ਸੈਕਰੀਫਾਈਸਿਸ ਹੈ। ਇਹ ਸੈਕਰੀਫਾਈਸ ਇਹ ਵੀ ਹੈ ਕਿ ਮੈਂ ਜੇ ਕੰਮ ਕਰਨ ਬਾਹਰ ਆਈ ਹਾਂ ਤਾਂ ਮੈਂ ਆਪਣੇ ਬੱਚਿਆਂ ਨੂੰ ਉਹ ਟਾਈਮ ਉਹਨਾਂ ਤੋਂ ਖੋਹ ਕੇ ਲੈ ਕੇ ਬਾਹਰ ਕੰਮ ਕਰ ਰਹੀ ਹਾਂ। ਇਹ ਵੀ ਮੈਨੂੰ ਤਕਲੀਫ ਦਿੰਦੀ ਹੈ ਗੱਲ, ਪਰ ਇਹ ਮੇਰਾ ਪ੍ਰੋਫੈਸ਼ਨ ਹੈ, ਮੈਂ ਕੰਮ ਤਾਂ ਕਰਨਾ ਹੀ ਹੈ ਨਾ। ਤੇ ਸੋ ਸੈਕਰੀਫਾਈਸਿਸ ਤਾਂ ਔਰਤ ਨੂੰ ਹਰੇਕ ਕਦਮ 'ਤੇ ਕਰਨੇ ਹੀ ਪੈਂਦੇ ਆ। ਸ਼ਾਇਦ ਜਿਹੜੀ ਔਰਤ ਨਹੀਂ ਕਰਦੀ ਉਹਦਾ ਫਿਰ ਬੈਲੈਂਸ ਨਹੀਂ ਹੋ ਪਾਉਂਦਾ ਘਰ ਦੇ ਵਿੱਚ, ਹੈ ਨਾ। ਉਹ ਕਿਤੇ ਨਾ ਕਿਤੇ ਆਪਣੀ ਫੈਮਿਲੀ ਤੋਂ ਕਿਤੇ ਨਾ ਕਿਤੇ ਥੋੜ੍ਹਾ ਦੂਰ ਵੀ ਹੋ ਜਾਂਦੀ ਹੋਏਗੀ, ਮੈਨੂੰ ਲੱਗਦਾ। ਸੋ ਇਹ ਬੈਲੈਂਸ ਬਣਾ ਕੇ ਚੱਲਣਾ ਹੀ ਪੈਂਦਾ ਲਾਈਫ 'ਚ, ਔਰ ਇਹਦੇ ਵਿੱਚ ਹੀ ਮਜ਼ਾ ਹੈ, ਇਹੀ ਗ੍ਰਸਥੀ ਹੈ ਨਾ। ਮੈਮ ਮਮਤਾ ਤਾਂ ਹੋ ਗਈ ਇੱਕ ਅੱਡ ਗੱਲ, ਸੈਕਰੀਫਾਈਸ ਹੋ ਗਿਆ ਅੱਡ ਗੱਲ। ਇੱਕ ਹੁੰਦੀ ਹੈ, ਇੱਕ ਨਾ ਔਰਤ ਨੂੰ ਆਪਦੇ ਬਹੁਤ ਸ਼ੌਂਕ ਵੀ ਮਾਰਨੇ ਪੈਂਦੇ ਆ। ਮਤਲਬ ਇੱਕ ਹੁੰਦਾ ਨਾ, ਕੁੜੀ ਦੀ ਲਾਈਫ ਦੇ ਵਿੱਚ ਹੁੰਦਾ ਕਿ ਵਿਆਹ ਤੋਂ ਪਹਿਲਾਂ ਕਈ ਵਾਰ ਥੋੜ੍ਹਾ ਜਿਹਾ ਪੇਰੈਂਟਸ ਰਿਸਟ੍ਰਿਕਸ਼ਨਸ ਲਾ ਦਿੰਦੇ ਹੈ ਕਿ ਇਹ ਚੀਜ਼ ਵਿਆਹ ਤੋਂ ਬਾਅਦ ਹੋਣੀ ਹੈ, ਵਿਆਹ ਤੋਂ ਬਾਅਦ ਫਿਰ ਤੁਹਾਨੂੰ ਨਹੀਂ ਪਤਾ ਤੁਹਾਡੇ ਸਹੁਰੇ ਕਿੱਦਾਂ ਦੇ ਹੁੰਦੇ ਆ। ਤਾਂ ਇੱਕ ਨਾ ਚੀਜ਼ ਹੁੰਦੀ ਕਿ ਸਾਨੂੰ ਕੁੜੀਆਂ ਨੂੰ ਨਾ ਬਹੁਤ ਸ਼ੌਂਕ ਮਾਰਨੇ ਪੈਂਦੇ ਆ। ਅਤੇ ਮਾਂ ਤੋਂ ਬਾਅਦ, ਮਾਂ ਬਣਨ ਤੋਂ ਬਾਅਦ ਤਾਂ ਇੰਨੀ ਜ਼ਿਆਦਾ ਰਿਸਪੋਂਸੀਬਿਲਿਟੀਜ਼ ਹੋ ਜਾਂਦੀ ਹੈ ਨਾ ਕਿ ਸ਼ਾਇਦ ਉਹ ਸੁਪਰ ਵੂਮਨ ਵਾਲੀ ਐਂ ਲੱਗਦੀ ਹੈ। ਨਹੀਂ ਨਹੀਂ, ਮੈਂ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ। ਜਦੋਂ ਅਸੀਂ ਮਾਪਿਆਂ ਦੇ ਘਰ ਹੁੰਦੇ ਹਾਂ, ਭਾਵੇਂ ਉੱਥੇ ਸਾਨੂੰ ਕਿੰਨੀ ਵੀ ਆਜ਼ਾਦੀ ਹੋਵੇ, ਉੱਥੇ ਬਹੁਤ ਗੱਲਾਂ ਤੋਂ ਸਾਨੂੰ ਰੋਕਿਆ ਜਾਂਦਾ ਅਤੇ ਸਾਨੂੰ ਰੁਕਣਾ ਵੀ ਪੈਂਦਾ ਹੈ, ਕਿਉਂਕਿ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਹੁੰਦਾ। ਹਾਂ, ਔਰਤ ਹਮੇਸ਼ਾ ਆਪਣੇ ਚਾਅ ਮਾਰਦੀ ਹੈ, ਉਹ ਆਪਣੇ ਸਾਰੇ ਚਾਅ ਪੂਰੇ ਨਹੀਂ ਕਰ ਸਕਦੀ, ਠੀਕ ਹੈ। ਅਗਰ ਹਸਬੈਂਡ ਚੰਗਾ ਵੀ ਹੈ ਤਾਂ ਵੀ ਉਹ ਕਦੇ ਉਹ ਕਹਿੰਦੀ ਹੈ ਵੀ ਚਲੋ ਆਪਣੇ ਚਾਅ ਨੂੰ ਆਪ ਹੀ ਕਹਿ ਦਿੰਦੀ ਹੈ ਵੀ ਚੱਲ ਇਹ ਫਜ਼ੂਲ ਖਰਚੀਏ, ਛੱਡ ਪਰੇ, ਹੈ ਨਾ। ਉਹ ਆਪਣੇ ਫੈਮਿਲੀ ਨੂੰ ਪ੍ਰਾਇਓਰਟੀ ਦਿੰਦੀ ਹੈ ਕਿ ਨਹੀਂ, ਮੈਂ ਇਹ ਜਿਹੜਾ ਆਪਣੇ 'ਤੇ ਖਰਚ ਕਰਾਂਗੀ ਇਹ ਮੇਰੇ ਘਰ ਲਈ ਕੰਮ ਆਊਗਾ, ਮੇਰੇ ਬੱਚਿਆਂ ਲਈ ਕੰਮ ਆਊਗਾ, ਮੇਰੇ ਪਤੀ ਲਈ ਕੰਮ ਆਊਗਾ। ਸਾਡੇ ਹੁੰਦਾ ਕਿ ਮੈਂ ਘਰ ਬਣਾਉਣਾ ਹੈ ਨਾ, ਮੈਂ ਆਹ ਕਰਨਾ, ਮੈਂ ਕਰਨਾ। ਸਾਡੀਆਂ ਜ਼ਰੂਰਤਾਂ ਅੱਜ ਕੱਲ੍ਹ ਮਸਾਂ ਪੂਰੀਆਂ ਹੁੰਦੀਆਂ ਨਾ, ਅਤੇ ਦੈਟਸ ਵਾਈ ਜੇ ਕੋਈ ਹੋਰ ਨਹੀਂ ਆਈ ਥਿੰਕ ਮਤਲਬ ਇਹ ਸੋਚਦਾ, ਤਾਂ ਔਰਤ ਤਾਂ ਬਿਲਕੁਲ ਸੋਚਦੀ ਹੋਈ ਹੈ। ਵਾਕਈ ਹਰ ਥਾਂ ਦੇ ਉੱਤੇ ਆਪਣੇ ਸ਼ੌਂਕ ਤਾਂ ਮਾਰਨੇ ਪੈਂਦੇ ਆ। ਉਹਨਾਂ ਨੂੰ ਇਹ ਹੁੰਦਾ ਕਿ ਚੱਲ ਇੰਨਾ ਕੁ ਪੂਰਾ ਕਰ ਲੈਂਦੀ ਹਾਂ, ਇਹੀ ਬਹੁਤ ਹੈ ਨਾ। ਜੇ ਸੋਚਿਆ ਜਾਵੇ ਕਿ ਇਹ ਨਹੀਂ ਹੁੰਦਾ ਕਿ ਉਹਦੇ ਕੋਲ ਹੈ ਨਹੀਂ ਸੁਵਿਧਾ, ਉਹ ਕਰ ਨਹੀਂ ਸਕਦੀ, ਪਰ ਉਹਦੀ ਨੇਚਰ 'ਚ ਹੀ ਸ਼ਾਮਿਲ ਹੋ ਜਾਂਦਾ ਕਿ ਨਹੀਂ ਚੱਲ ਛੱਡ, ਕੀ ਹੈ 2 ਮਿੰਟ ਲਈ ਮੈਂ ਇਹ ਕਿਉਂ ਖਰਾਬ ਕਰਨਾ ਪੈਸਾ ਜਾਂ ਟਾਈਮ ਜਾਂ ਕੁਛ ਵੀ, ਜਿੱਦਾਂ ਦਾ ਵੀ ਉਹਦਾ ਸ਼ੌਕ ਹੈ। ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਬਹੁਤ ਕੁਛ ਆਪਣੇ ਅੰਦਰ ਰੱਖ ਲੈਣਾ ਪੈਂਦਾ ਹੈ ਨਾ। ਸ਼ਾਇਦ ਉਹ ਜ਼ਰੂਰੀ ਹੈ, ਪਤਾ ਨਹੀਂ, ਸ਼ਾਇਦ ਨਹੀਂ ਵੀ ਜ਼ਰੂਰੀ, ਪਰ ਮੈਂ ਵੀ ਤੁਹਾਡੇ ਵਰਗੀ ਹੋਈ ਹਾਂ। ਮੈਂ ਵੀ ਰੱਖਦੀ ਹਾਂ। ਮੈਂ ਨਾ ਮਤਲਬ ਜਿਵੇਂ ਹੁਣ ਮੇਰਾ ਬ੍ਰਦਰ ਹੈ, ਮੈਂ ਆ, ਅਤੇ ਮੇਰੀ ਮੋਮ ਨੇ ਨਾ ਕਦੇ ਵੀ ਮਤਲਬ ਐ ਨਹੀਂ ਫ਼ਰਕ ਨਹੀਂ ਕੀਤਾ ਸਾਡੇ ਵਿੱਚ। ਮਤਲਬ ਕਹਿ ਲਓ ਪਿਆਰ ਨਾਲ ਵਿਗਾੜਿਆ ਬਹੁਤ ਹੈ, ਅਸੀਂ ਵਿਗੜੇ ਵੀ ਬਹੁਤ ਹਾਂ ਕਿ ਅਗਰ ਸਾਨੂੰ ਚੀਜ਼ ਚਾਹੀਦੀ ਹੈ ਤਾਂ ਚਾਹੀਦੀ ਹੈ। ਤਾਂ ਤੁਸੀਂ ਕਿੱਦਾਂ ਦੇ ਮੋਮ ਹੋ? ਤੁਸੀਂ ਵੀ ਵਿਗਾੜਿਆ ਹੈ ਉਹਦੇ ਬੱਚਿਆਂ ਨੂੰ? ਮੇਰੇ ਕਿਡਸ ਹਜੇ ਛੋਟੇ ਆ, ਪਰ ਜਿਵੇਂ ਤੁਸੀਂ ਕਿਹਾ ਵੀ ਤੁਹਾਡੇ ਮੰਮਾ ਨੇ ਤੁਹਾਨੂੰ ਵਿਗਾੜਿਆ, ਮੇਰੇ ਫਾਦਰ ਸਾਹਿਬ ਨੇ ਸਾਨੂੰ, ਮਤਲਬ ਅਸੀਂ 2 ਸਿਸਟਰ 2 ਬ੍ਰਦਰ ਹੈ, ਮੇਰੇ ਫਾਦਰ ਸਾਹਿਬ ਨੇ ਸਾਨੂੰ ਕੁੜੀਆਂ ਨੂੰ ਬਹੁਤ ਵਿਗਾੜਿਆ। ਮਤਲਬ ਉਹਨਾਂ ਨੇ ਸਾਨੂੰ ਪੁੱਤਾਂ ਤੋਂ ਵੱਧ ਕੇ ਪਾਲਿਆ। ਮੈਂ ਇੰਨੀ ਵੱਡੀ ਵੀ ਜਾ ਕੇ ਉਹਨਾਂ ਦੀ ਗੋਦੀ 'ਚ ਬੈਠ ਜਾਂਦੀ ਸੀ, ਉਹ ਮੈਨੂੰ ਗੋਦੀ 'ਚ ਬਿਠਾ ਕੇ ਹੱਕ ਕਰ ਲੈਂਦੇ ਸੀ, ਹੈ ਨਾ। ਅਤੇ ਮੈਨੂੰ ਕਦੇ ਨਹੀਂ ਲੱਗਿਆ ਵੀ ਉਹਨਾਂ ਨੇ ਮੇਰੇ ਭਰਾਵਾਂ ਨੂੰ ਜ਼ਿਆਦਾ ਪਿਆਰ ਦਿੱਤਾ ਅਤੇ ਸਾਨੂੰ ਘੱਟ। ਅਤੇ ਉਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਵਿਗੜੀਆਂ ਵੀ, ਹੈ ਨਾ। ਥੋੜ੍ਹਾ ਜਿਹਾ ਸਾਨੂੰ ਇਹ ਲੱਗਦਾ ਕਿ ਪਾਪਾ ਤਾਂ ਸਾਡੀ ਹਰ ਗੱਲ ਮੰਨਣਗੇ, ਡੈਡੀ ਤਾਂ, ਹੈ ਨਾ। ਸੋ ਇਹ ਜ਼ਰੂਰੀ ਵੀ ਹੈ ਨਾ, ਬੱਚਿਆਂ 'ਚ ਫ਼ਰਕ ਨਹੀਂ ਰੱਖਿਆ ਜਾਣਾ ਚਾਹੀਦਾ। ਪਰ ਕੁਛ ਗੱਲਾਂ ਹੈਗੀਆਂ ਜਿੱਥੇ ਆਟੋਮੈਟਿਕਲੀ ਫ਼ਰਕ ਹੋ ਵੀ ਜਾਂਦਾ ਹੈ ਕਈ ਵਾਰ। ਹੁਣ ਮੇਰੇ ਕਿਡਸ ਹੈ, ਦੋਨੋਂ ਟਵਿਨਸ ਨੇ, ਹੈ ਨਾ। ਅਤੇ ਮੈਂ ਮੰਨ ਲਓ, ਮੈਂ ਤੁਹਾਨੂੰ ਆਪਣੇ ਛੋਟੇ ਜਿਹੇ ਵਾਕਿਆ ਸੁਣਨੇ। ਮੇਰੀ ਬੇਟੀ ਪਰਸੋਂ ਮੈਨੂੰ ਕਹਿੰਦੀ ਮੈਂ ਬਹੁਤ ਭਾਵੁਕ ਹੋ ਗਈ ਅਤੇ ਅੱਜ ਮੈਂ ਲੈ ਕੇ ਵੀ ਜਾਣਾ ਉਹਦੇ ਲਈ। ਅਤੇ ਮੈਂ ਜਿਵੇਂ ਪਹਿਲਾਂ ਛੋਟਾ ਸਾਈਕਲ ਖਰੀਦਿਆ, ਅਤੇ ਟਵਿਨਸ ਨੇ ਮੈਨੂੰ ਹੁੰਦਾ ਵੀ ਇੱਕ ਲੈ ਲਓ, ਕਿਉਂਕਿ ਘਰ 'ਚ ਲੋਟਸ ਆਫ ਟੋਇਜ਼ ਹੋ ਜਾਂਦੇ ਆ, ਉਹ ਤੋੜ ਤੋੜ ਕੇ ਸੁੱਟੀ ਜਾਂਦੇ ਆ, ਹੈ ਨਾ। ਅਤੇ ਮੈਂ ਉਹਨਾਂ ਲਈ ਛੋਟਾ ਲਿੱਤਾ, ਫਿਰ ਉਸ ਤੋਂ ਵੱਡਾ ਲਿੱਤਾ, ਫਿਰ
3 ਸਾਈਕਲ ਆਲਰੇਡੀ ਹੋ ਗਏ, ਇੱਕ ਟਰੈਕਟਰ ਪਿਆ, ਪਤਾ ਨਹੀਂ ਕੀ ਕੁਛ ਹੋ ਲੈਂਦਾ, ਇੱਕ ਕਾਰ, ਇੱਕ ਜਹਾਜ਼, ਹੀ ਮਤਲਬ ਇਦਾਂ ਬਲਕ ਦੇ ਵਿੱਚ ਖਿਡੌਣੇ ਆਉਂਦੇ ਆ। ਤੇ ਮੇਰੀ ਬੇਟੀ ਮੈਨੂੰ ਸਵਾਲ ਪੁੱਛ ਰਹੀ ਹੈ ਵੀ ਮੰਮਾ ਤੁਸੀਂ ਮੈਨੂੰ ਨਿਊ ਸਾਈਕਲ ਕਿਉਂ ਨਹੀਂ ਲੈ ਕੇ ਦਿੱਤਾ, ਤੁਸੀਂ ਜੋ ਵੀ ਲੈ ਕੇ ਦਿੰਦੇ ਹੋ ਨਾਇਆਬ ਨੂੰ ਹੀ ਲੈ ਕੇ ਦਿੰਦੇ ਹੋ, ਜਿਹੜਾ ਉਹਦਾ ਪੁਰਾਣਾ ਹੋ ਜਾਂਦਾ ਉਹ ਤੁਸੀਂ ਮੈਨੂੰ ਦੇ ਦਿੰਦੇ ਹੋ। ਔਰ ਮੈਂ ਵਾਕਈ ਕੀਤਾ ਵੀ ਹੈ, ਕਿਉਂਕਿ ਉਹ ਮੁੰਡਾ ਹੈ, ਉਹ ਹਰ ਇੱਕ ਦੇ ਉੱਤੇ ਪਹਿਲਾਂ ਕਬਜ਼ਾ ਕਰ ਲੈਂਦਾ ਹੈ ਨਾ। ਤੇ ਮੈਂ ਮਹਿਸੂਸ ਕੀਤਾ, ਜਦ ਕਿ ਮੈਂ ਆਪਣੇ ਵੱਲੋਂ ਕੋਈ ਉਹਨਾਂ 'ਚ ਫਰਕ ਨਹੀਂ ਰੱਖਦੀ, ਪਰ ਉਹਨੇ ਇੰਨੀ ਕੁ ਬੱਚੀ ਆ, ਉਹ 3.5 ਸਾਲ ਦੀ, ਤੇ ਉਹਨੇ ਕਿਹਾ ਕਿ ਮੰਮਾ ਤੁਸੀਂ ਮੈਨੂੰ ਕੁਝ ਵੀ ਨਿਊ ਨਹੀਂ ਲੈ ਕੇ ਦਿੰਦੇ। ਤੇ ਮੈਂ ਇੰਨੀ ਕੁ ਭਾਵੁਕ ਹੋ ਗਈ, ਤੇ ਮੈਂ ਕਿਹਾ ਵੀ ਮੈਂ ਤੈਨੂੰ ਹੁਣ ਕੱਲ ਮੈਂ ਚਾਹੇ ਇੱਕ ਹੋਰ ਐਕਸਟਰਾ ਸਾਈਕਲ ਆ ਜਾਵੇ ਤੇ ਮੈਂ ਤੈਨੂੰ ਲਿਆ ਕੇ ਦਊਂਗੀ। ਸੋ ਮਤਲਬ ਮਾਂ ਪਿਓ ਤਾਂ ਨਹੀਂ ਰੱਖਦੇ, ਪਰ ਕਿਤੇ ਨਾ ਕਿਤੇ ਬੱਚੇ ਦੇ ਮਨ 'ਚ ਇਹ ਆਉਣਾ ਵੀ ਨਹੀਂ ਚਾਹੀਦਾ। ਹਾਂ, ਇਹ ਮੈਨੂੰ ਲੱਗਦਾ ਆਉਣਾ ਨਹੀਂ ਚਾਹੀਦਾ, ਇਹ ਮੇਰੀ ਨਲਾਇਕੀ ਹੈ, ਮੇਰੀ ਗਲਤੀ ਹੈ ਕਿ ਮੇਰੇ ਬੱਚੇ ਨੇ ਇੱਦਾਂ ਮਹਿਸੂਸ ਕਿਉਂ ਕੀਤਾ। ਦੇਖੋ ਕੁੜੀਆਂ ਤਾਂ ਅੱਜ ਕੱਲ੍ਹ ਮੁੰਡਿਆਂ ਤੋਂ ਵੀ ਜ਼ਿਆਦਾ ਮਤਲਬ ਅੱਗੇ ਨੇ, ਹੈ ਨਾ, ਤੇ ਜ਼ਿਆਦਾ ਪਿਆਰ ਲੈਂਦੀਆਂ ਨੇ, ਜ਼ਿਆਦਾ ਕੇਅਰ ਕਰਦੀਆਂ ਨੇ। ਹਾਂ, ਔਰ ਮੰਨ ਵੀ ਜਾਂਦੀਆਂ, ਚਲੋ ਕੋਈ ਨਾ ਮੰਮਾ, ਹੈ ਨਾ, ਐਸਾ ਤਾਂ ਹੋਤਾ ਹੀ ਹੈ। ਮੇਰੀ ਬੇਟੀ ਕਹਿੰਦੇ ਕੋਈ ਨਾ ਮੰਮਾ ਐਸਾ ਹੋ ਜਾਤਾ ਹੈ। ਸੋ ਸਾਨੂੰ ਬੀਇੰਗ ਏ ਮੌਮ ਨਹੀਂ ਕਰਨਾ ਚਾਹੀਦਾ, ਹੈ ਨਾ। ਧੀਆਂ ਤਾਂ ਥੋੜ੍ਹੀ ਦੇਰ ਸਾਡੇ ਕੋਲ ਨੇ, ਫਿਰ ਉਹਨਾਂ ਨੇ ਆਪਣੇ ਸਹੁਰੇ ਚਲੇ ਜਾਣਾ ਹੁੰਦਾ, ਤੇ ਪਤਾ ਨਹੀਂ ਬੇਗਾਨੇ ਕਿਹੋ ਜਿਹੇ ਮਿਲਦੇ ਆ। ਸੋ ਉਹਨਾਂ ਦੇ ਤਾਂ ਵੱਧ ਤੋਂ ਵੱਧ ਲਾਡ ਪੂਰੇ ਕਰਨੇ ਚਾਹੀਦੇ ਆ। ਪੁੱਤ ਤਾਂ ਫਿਰ ਵੀ ਮਾਪਿਆਂ ਕੋਲ ਰਹਿੰਦੇ ਆ, ਤੇ ਅਸੀਂ ਸਾਰਾ ਕੁਝ ਪੁੱਤਾਂ ਨੂੰ ਹੀ ਦੇਣਾ ਹੁੰਦਾ। ਇਹ ਵੀ ਟ੍ਰੈਡੀਸ਼ਨ ਗਲਤ ਹੈ, ਦੋਨਾਂ ਨੂੰ ਹਾਫ ਦੇਣਾ ਚਾਹੀਦਾ। ਤੇ ਮੈਂ ਸੋਚਦੀ ਹਾਂ, ਮੈਂ ਤਾਂ ਹੁਣੇ ਹੀ ਮਤਲਬ ਜੋ ਵੀ ਮੇਰੇ ਕੋਲ ਤਿਲ ਫੁਲ ਹੈ, ਤੇ ਮੈਂ ਹੁਣ ਤੋਂ ਹੀ ਮਤਲਬ ਮੈਂ ਕਿਹਾ ਹੋਇਆ ਕਿ ਅੱਧਾ ਅੱਧਾ ਦੋਨਾਂ ਦਾ ਹੋਊਗਾ ਜਦੋਂ ਵੀ ਹੋਊਗਾ। ਸੋ ਹਾਂ, ਬਹੁਤ ਵਧੀਆ ਗੱਲ ਹੈ। ਪਰ ਆਪਾਂ ਅਗਰ ਜਨਰੇਸ਼ਨ ਦੀ ਗੱਲ ਕਰੀਏ ਤਾਂ ਤੁਹਾਨੂੰ ਲੱਗਦਾ ਹੈ ਕਿ ਮਦਰਹੁੱਡ, ਵੈਸੇ ਤਾਂ ਮਾਂ ਦਾ ਪਿਆਰ ਕਦੇ ਬਦਲਦਾ ਨਹੀਂ ਹੈ, ਕਦੇ ਉਹਨੂੰ ਡਿਫਰੈਂਸ਼ੀਏਟ ਹੀ ਨਹੀਂ ਕਰ ਸਕਦੇ ਲਫ਼ਜ਼ਾਂ ਦੇ ਵਿੱਚ ਆਪਾਂ। ਪਰ ਅਗਰ ਮਦਰਹੁੱਡ ਆਪਾਂ ਪਹਿਲਾਂ ਦੇ ਟਾਈਮ ਦੀ ਗੱਲ ਕਰੀਏ ਤਾਂ ਅੱਜ ਦੇ ਮਦਰਹੁੱਡ ਦੀ ਗੱਲ ਕਰੀਏ, ਤਾਂ ਤੁਹਾਨੂੰ ਲੱਗਦਾ ਹੈ ਕਿ ਦੋਵਾਂ ਮਦਰਹੁੱਡ ਦੇ ਵਿੱਚ ਫ਼ਰਕ ਹੈ ਜਨਰੇਸ਼ਨ ਵਾਈਜ਼? ਹਾਂ ਰਾਜੇ, ਫਰਕ ਤਾਂ ਹੈਗਾ ਹੀ ਹੈ। ਦੇਖੋ ਜਦੋਂ ਅਸੀਂ ਬੱਚੇ ਸੀ, ਛੋਟੇ ਸੀ, ਸਾਂਝੇ ਪਰਿਵਾਰ ਸੀਗੇ, ਮੈਨੂੰ ਨਹੀਂ ਸਾਰਿਆਂ ਦਾ ਪਤਾ, ਮੈਨੂੰ ਆਪਣਾ ਪਤਾ। ਤਾਂ ਮੇਰੇ ਮੰਮਾ ਨੇ, ਮੈਨੂੰ ਨਹੀਂ ਲੱਗਦਾ ਕਦੇ ਸਾਨੂੰ ਸੰਭਾਲਿਆ ਹੋਊਗਾ। ਸਾਂਝਾ ਪਰਿਵਾਰ ਸੀ, ਦਾਦੀ ਕੋਲ ਪਲ ਗਏ, ਹੈ ਨਾ, ਚਾਚੀਆਂ ਤਾਈਆਂ ਕੋਲ ਪਲ ਗਏ, ਕਿਸੇ ਕੋਲ ਵੀ ਖਾਣਾ ਖਾ ਲਿਆ। ਮਤਲਬ ਮਾਂ ਨੂੰ ਫਿਕਰ ਹੀ ਨਹੀਂ ਸੀ ਹੁੰਦਾ ਮੇਰੇ ਬੱਚੇ ਨੇ ਖਾਣਾ ਖਾਧਾ ਕਿ ਨਹੀਂ ਖਾਧਾ, ਕਿਉਂਕਿ ਉਹ ਤੁਰਦਾ ਫਿਰਦਾ ਬੁਰਕੀ ਕਰਦਾ ਸਭ ਤੋਂ ਲੈ ਲੈਂਦਾ ਸੀ। ਬਹੁਤ ਜ਼ਿਆਦਾ ਅਟੈਂਸ਼ਨ ਨਹੀਂ ਸੀ ਦਿੱਤੀ ਜਾਂਦੀ। ਸਾਂਝੇ ਪਰਿਵਾਰ 'ਚ ਬੱਚੇ ਇੱਦਾਂ ਹੀ ਪਲ ਜਾਂਦੇ ਸੀਗੇ ਨਾ। ਤੇ ਸਾਡੇ ਮਦਰ ਨੇ ਦਿੱਤਾ ਵੀ ਨਹੀਂ, ਪਰ ਇਹ ਨਹੀਂ ਕਿ ਉਹ ਸਾਨੂੰ ਲਾਡ ਨਹੀਂ ਸੀ ਕਰਦੇ, ਕਿਉਂਕਿ ਉਹ ਘਰ ਦੀਆਂ ਜ਼ਿੰਮੇਵਾਰੀਆਂ ਇੰਨੀਆਂ ਸਭ ਤੋਂ ਵੱਡੇ ਸੀ। ਜਿਵੇਂ ਮੇਰੇ ਮਦਰ ਘਰ 'ਚ ਸਾਰੀਆਂ ਦਰਾਣੀਆਂ ਜਠਾਣੀਆਂ 'ਚ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਕਰਦੇ ਉਹਨਾਂ ਨੇ ਲਾਈਫ ਬਿਤਾ ਦਿੱਤੀ। ਉਹਨਾਂ ਨੇ ਸਪੈਸ਼ਲ ਅਟੈਂਸ਼ਨ ਆਪਣੇ ਬੱਚਿਆਂ ਨੂੰ ਨਹੀਂ ਦਿੱਤੀ, ਹੈ ਨਾ। ਪਰ ਹੁਣ ਜਿਵੇਂ ਅਸੀਂ ਆ, ਸਾਨੂੰ ਇੱਕ ਇੱਕ ਪਲ ਦੇ ਉੱਤੇ ਆਪਣੇ ਬੱਚਿਆਂ ਨੂੰ ਅਟੈਂਸ਼ਨ ਦੇਣੀ ਪੈਂਦੀ ਹੈ। ਉਹ ਮੰਗਦੇ ਨੇ ਇਸ ਜਨਰੇਸ਼ਨ ਦੇ ਵਿੱਚ। ਉਹ YouTube ਤੋਂ ਇੰਨੇ ਛੋਟੇ ਨੇ ਜਾਂ TV ਤੋਂ ਇੰਨੇ ਸਿੱਖ ਗਏ ਨੇ, ਉਹ ਆਟੋਮੈਟਿਕਲੀ ਸਾਡੇ ਤੋਂ ਅਟੈਂਸ਼ਨ ਲੈਂਦੇ ਨੇ। ਮੰਮਾ ਥੋੜ੍ਹਾ ਜਿਹਾ ਮੈਂ ਆਪਣੇ ਆਪ ਦੇ ਵਿੱਚ ਗੁੱਸੇ 'ਚ ਜਾਂ ਮੈਂ ਇਰੀਟੇਟ ਹੋ ਰਹੀ ਹਾਂ ਕਿ ਮੈਨੂੰ ਕੰਮ ਨਹੀਂ ਕਰਨ ਦੇ ਰਹੇ, ਤਾਂ ਉਹ ਮੈਨੂੰ ਕਹਿਣਗੇ ਮੰਮਾ ਆਪ ਸੈਡ ਕਿਉਂ ਹੋ, ਬੀ ਹੈਪੀ, ਹੈ ਨਾ, ਆਪ ਹੈਪੀ ਹੋ ਕੇ ਦਿਖਾਓ। ਫਿਰ ਉਹ ਮੈਨੂੰ ਐਕਸਪ੍ਰੈਸ਼ਨ ਦੇਣਗੇ ਐਸੇ ਹੈਪੀ ਹੋਵੋ। ਮਤਲਬ ਹੁਣ ਦੀ ਜਨਰੇਸ਼ਨ ਜਿਹੜੀ ਹੈ ਉਹ ਸਾਡੇ ਟਾਈਮ ਦੀ ਜਨਰੇਸ਼ਨ ਨਾਲੋਂ ਬਹੁਤ ਅੱਗੇ ਹੈ। ਉਹ ਛੋਟੇ ਹੁੰਦੇ ਵੀ ਬਹੁਤ ਕੁਝ ਮਹਿਸੂਸ ਕਰਦੇ, ਅਤੇ ਸਾਨੂੰ ਵੀ ਕਨਵਿੰਸ ਕਰਦੇ ਨੇ, ਉਹ ਆਰਗੂ ਕਰਦੇ ਨੇ। ਅਸੀਂ ਲੋਕੀ ਤਾਂ ਕੋਈ ਆਰਗੂ ਨਹੀਂ ਸੀ ਕਰਦੇ, ਸਾਨੂੰ ਪਤਾ ਹੀ ਨਹੀਂ ਸੀ ਕਿਵੇਂ ਵੱਡੇ ਹੋ ਗਏ, ਹੈ ਨਾ। ਸੋ ਨੈਚੁਰਲੀ ਅੱਜ ਦੀ ਮਦਰਹੁੱਡ ਜਿਹੜੀ ਆ ਉਹ ਉਹਦੇ ਨਾਲੋਂ ਅਲੱਗ ਹੀ। ਉਹਨੂੰ ਪੈਰ ਪੈਰ 'ਤੇ ਅੱਜ ਕੱਲ੍ਹ ਦੀ ਬੱਚਿਆਂ ਨੂੰ ਥੋੜ੍ਹੀ ਥੋੜ੍ਹੀ ਦੇਰ 'ਤੇ ਅਟੈਂਸ਼ਨ ਦੇਣ ਦੀ ਲੋੜ ਹੈ, ਔਰ ਬਹੁਤ ਅਟੈਂਸ਼ਨ ਦੀ ਲੋੜ ਹੈ। ਉਹ ਸਾਡੇ ਤੋਂ ਬਹੁਤ ਅੱਗੇ ਨੇ ਹੁਣੇ ਹੀ ਇਸ ਉਮਰ 'ਚ ਵੀ। ਮੈਮ ਇੱਥੇ ਮੇਰਾ ਇਹ ਸਵਾਲ ਆਉਂਦਾ, ਜਿਵੇਂ ਤੁਸੀਂ ਕਿਹਾ ਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਅਟੈਂਸ਼ਨ ਦੀ ਲੋੜ ਹੈ, ਬਟ ਅਗਰ ਅੱਜ ਦੇ ਮਦਰਸ ਦੀ ਗੱਲ ਕਰੀਏ ਤਾਂ ਵਰਕਿੰਗ ਵੀ ਹੈ। ਸੌਰੀ, ਮੈਂ ਮਤਲਬ ਇਹ ਨਹੀਂ ਕਹਿ ਰਹੀ ਕਿ ਮਦਰਸ ਪਿਆਰ ਨਹੀਂ ਕਰਦੀ, ਬਟ ਇੱਕ ਹੁੰਦਾ ਨਾ, ਮਤਲਬ ਕਹਿ ਲਓ ਕਿ ਪਹਿਲਾਂ ਦੀ ਮਾਵਾਂ ਦੇ ਵਿੱਚ ਨਾ, ਜਾਂ ਪੁਰਾਣੇ ਟਾਈਮ ਦੇ ਬਜ਼ੁਰਗਾਂ ਨੇ ਇੱਦਾਂ ਸਿਖਾਇਆ ਹੋਇਆ ਸੀ ਕਿ ਮਾਵਾਂ ਦੇ ਵਿੱਚ ਸਬਰ ਬਹੁਤ ਹੁੰਦਾ ਸੀ, ਬਹੁਤ ਪੇਸ਼ੈਂਸ ਹੁੰਦੀ ਸੀ। ਅਤੇ ਅੱਜ ਕੱਲ੍ਹ ਇੱਦਾਂ ਹੁੰਦਾ, ਪੇਸ਼ੈਂਸ ਇੰਨੀ ਜਲਦੀ ਟੁੱਟ ਜਾਂਦਾ ਹੈ ਕਿ ਬੱਚਿਆਂ ਨੂੰ ਖਿਡਾਉਣ ਦੇ ਬਜਾਏ ਉਹ ਫੋਨ ਫੜਾ ਦਿੰਦੇ ਆ ਕਿ ਕਾਰਟੂਨ ਦੇਖ ਲਓ, ਮੈਨੂੰ ਤੰਗ ਨਾ ਕਰੋ। ਇਹ ਚੀਜ਼ ਮੈਂ ਓਬਜ਼ਰਵ ਵੀ ਕੀਤੀ, ਇਹ ਚੀਜ਼ ਬਹੁਤ ਹੁੰਦੀ ਹੈ। ਬਿਲਕੁਲ ਬਿਲਕੁਲ। ਦੇਖੋ ਮੈਂ ਵੀ ਮੈਂ ਵਰਕਿੰਗ ਆ, ਹੈ ਨਾ, ਤੁਹਾਨੂੰ ਪਤਾ ਹੀ ਹੈ। ਅਤੇ ਮੇਰੇ ਬੇਬੀ ਜਦੋਂ ਹੋਏ ਤਾਂ ਮੈਂ ਫੁੱਲ ਟਾਈਮ ਮੇਡਸ ਰੱਖੀਆਂ। ਤਾਂ ਮੇਰੀ ਮੇਡ ਨੇ ਕਦੋਂ ਮੇਰੇ ਬੱਚਿਆਂ ਨੂੰ ਕਾਰਟੂਨ ਦਿਖਾਉਣ ਦੇ ਬਹਾਨੇ ਖਾਣਾ ਖਵਾਉਂਦੇ ਆ ਤਾਂ ਉਹਨੂੰ ਕਾਰਟੂਨ ਦਿਖਾਉਂਦੇ ਉਹਨਾਂ ਨੂੰ ਕਦੋਂ ਆਦਤ ਪਾ ਦਿੱਤੀ, ਮੈਨੂੰ ਪਤਾ ਹੀ ਨਹੀਂ ਲੱਗਿਆ, ਹੈ ਨਾ। ਮੈਂ ਜਦੋਂ ਦੇਖਿਆ ਕਿ ਬੱਚਾ ਖਾਣਾ ਨਹੀਂ ਖਾ ਰਿਹਾ ਤਾਂ ਉਹ ਅੱਗੇ ਕੁਛ ਵੀ ਉਹਨਾਂ ਨੂੰ ਲਗਾ ਦਿੰਦੀ ਸੀ ਮੋਬਾਈਲ 'ਤੇ, ਅਤੇ ਉਹ ਬੱਚੇ ਉਹਨੂੰ ਦੇਖਦੇ ਦੇਖਦੇ ਉਹ ਖਾਣਾ ਖਾ ਨਹੀਂ ਸੀ ਰਹੇ ਹੁੰਦੇ। ਉਹ ਐਕਚੁਅਲੀ ਤਾਂ ਉੱਧਰ ਧਿਆਨ ਉਹਨਾਂ ਦਾ ਮੋਬਾਈਲ 'ਚ ਹੁੰਦਾ ਸੀ। ਅਤੇ ਮੈਨੂੰ ਵੀ ਮੁਸ਼ਕਿਲ ਆਈ ਬਾਅਦ 'ਚ, ਜਦੋਂ ਮੈਂ ਉਹਨੂੰ ਹਟਾਇਆ, ਮੈਂ ਆਪਣੇ ਬੱਚਿਆਂ ਨੂੰ ਖੁਦ ਖਾਣਾ ਖਵਾਇਆ, ਤਾਂ ਮੈਨੂੰ ਮੁਸ਼ਕਿਲ ਆਈ। ਤਾਂ ਮੈਨੂੰ ਥੋੜ੍ਹੀ ਦੇਰ ਉਹ ਕਰਨਾ ਪਿਆ, ਕਿਉਂਕਿ ਬੱਚੇ ਖਾਣਾ ਹੀ ਨਹੀਂ ਸਿਖਾਉਂਦੇ ਮੋਬਾਈਲ ਬਿਨਾਂ। ਮੈਨੂੰ ਫਿਰ ਥੋੜ੍ਹੀ ਜਿਹੜੀ ਦੇਰ ਲੱਗਿਆ ਕਿ ਮੇਰੇ ਬੱਚਿਆਂ ਨੂੰ ਤਾਂ ਐਡਿਕਸ਼ਨ ਹੋ ਰਹੀ ਹੈ। ਫਿਰ ਮੈਂ ਉਹਨਾਂ ਨੂੰ
ਮਤਲਬ ਉਹਨਾਂ ਨੂੰ ਉਹ ਸਮਝ ਨਹੀਂ ਸਕਦੇ ਵੀ ਇਹਦੇ ਕੀ ਨੁਕਸਾਨ ਨੇ ਮੋਬਾਈਲ ਦੇ। ਮੈਂ ਉਹਨਾਂ ਨੂੰ ਹੌਲੀ 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 ਮੋਟੀਵੇਟ ਕਰਕੇ ਕਹਾਣੀ ਸੁਣਾਉਂਦੇ ਸੁਣਾਉਂਦੇ ਉਹਨਾਂ ਨੂੰ ਖਾਣਾ ਖਾਣਾ ਸ਼ੁਰੂ ਕੀਤਾ। ਹਜੇ ਵੀ ਮਤਲਬ ਕਈ ਵਾਰੀ ਹੋ ਜਾਂਦਾ ਹੈ ਕਿ ਮੰਨ ਲਓ ਮੈਂ ਘਰ ਦਾ ਕੰਮ ਵੀ ਕਰਨਾ, ਮੇਰੇ ਕੋਲ ਫੁੱਲ ਟਾਈਮ ਮੇਡ ਨਹੀਂ ਹੈਗੀ ਜਿਵੇਂ ਅੱਜ ਕੱਲ੍ਹ, ਮੈਂ ਘਰ ਦਾ ਕੰਮ ਵੀ ਕਰਨਾ, ਬੱਚਾ ਵੀ ਤੰਗ ਕਰ ਰਿਹਾ, ਉਹਨਾਂ ਦਾ ਹੋਮਵਰਕ ਵੀ ਕਰਾਉਣਾ, ਲੋਟਸ ਆਫ ਵਰਕ ਮਤਲਬ ਮੇਰੇ ਸਿਰ 'ਤੇ ਹਜੇ ਹੈਗੇ ਆ ਹੈ ਨਾ। ਮੈਂ ਹਸਬੈਂਡ ਨੂੰ ਵੀ ਉਹਨਾਂ ਦਾ ਮਨਪਸੰਦ ਦਾ ਕੁਛ ਦੇਣਾ, ਘਰ ਦੀਆਂ ਹੋਰ ਜ਼ਰੂਰਤਾਂ ਵੀ ਹੈ ਨਾ, ਖਰੀਦਦਾਰੀ ਵੀ ਕਰਕੇ ਲਿਆਉਣੀ ਹੈ। ਸੋ ਕਈ ਵਾਰੀ ਹੋ ਜਾਂਦਾ ਰਾਜੇ ਕਿ ਲਓ ਥੋੜ੍ਹੀ ਦੇਰ ਮੋਬਾਈਲ ਦੇਖ ਲਓ, ਜਿਹੜਾ ਕਿ ਗਲਤ ਹੈ। ਪਰ ਅਸੀਂ ਹਾਂ, ਪਰ ਕੀ ਕਰੀਏ ਹੈ ਨਾ, ਇਕੱਲੇ ਹੈਗੇ ਆ, ਨਾ ਕੋਈ ਸੱਸ ਹੈ ਨਾ ਮਾਂ ਹੈ ਘਰ ਦੇ ਵਿੱਚ, ਜਾਂ ਕੋਈ ਨਨਾਣ ਨਹੀਂ ਹੈ, ਕੋਈ ਹੋਰ ਨਹੀਂ ਹੈ ਜਿਹੜਾ ਜਿਹਦੇ ਲਈ ਬੰਦਾ ਕਹਿ ਸਕੇ ਕਿ 2 ਮਿੰਟ ਤੁਸੀਂ ਬੱਚੇ ਨੂੰ ਦੇਖਿਓ। ਕਈ ਵਾਰੀ ਤਾਂ ਮਤਲਬ ਮੈਨੂੰ ਕੋਈ ਸ਼ਰਮ ਨਹੀਂ ਦੱਸਦੇ ਹੋਏ ਕਿ ਕਈ ਵਾਰ ਬਾਥਰੂਮ ਟਾਇਲਟ ਜਾਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਨਾ। ਮਦਰ ਤੁਸੀਂ ਗੱਲ ਕਰ ਸੀ ਨਾ ਮਦਰਹੁੱਡ ਕੀ ਹੈ, ਮਦਰਹੁੱਡ ਇਹ ਹੈ ਕਿ ਕਈ ਵਾਰੀ ਤਾਂ ਆਪਣੀਆਂ ਇਹ ਜ਼ਰੂਰੀ ਜਿਹੜਾ ਐਕਟੀਵਿਟੀ ਹੈ ਉਹ ਵੀ ਘੰਟਿਆਂ ਬੱਧੀ ਰੋਕ ਕੇ ਰੱਖਣੀ ਪੈਂਦੀ ਹੈ ਕਿ ਮੇਰਾ ਬੱਚਾ ਪਹਿਲਾਂ ਥੋੜ੍ਹਾ ਸੈਟਲ ਡਾਊਨ ਹੋ ਜਾਵੇ, ਜਾਂ ਮੈਂ ਇਹਦਾ ਖਾਣਾ ਬਣਾ ਦਾਂ ਜਾਂ ਇਹਨੂੰ ਕੁਛ ਦੇ ਦਾਂ, ਫੇਰ ਹੀ ਮੈਂ ਜਾਵਾਂਗੀ ਹੈ ਨਾ। ਕਈ ਵਾਰੀ ਤਾਂ ਮੈਂ ਭੁੱਲ ਵੀ ਜਾਂਦੀ ਹਾਂ ਕਿ ਮੈਂ ਕੁਛ ਖਾਧਾ ਵੀ ਹੈ ਸਵੇਰ ਦਾ ਕਿ ਨਹੀਂ ਖਾਧਾ। ਮਤਲਬ ਔਰਤ ਇੱਦਾਂ ਦੀ ਹੈ ਨਾ। ਕੋਈ ਹੈ ਨਹੀਂ, ਅਸੀਂ ਕੀ ਕਰੀਏ। ਮੈਂ ਵੀ ਦੇ ਦਿੰਦੀ ਹਾਂ ਮੋਬਾਈਲ, ਜਿਹੜਾ ਕਿ ਗਲਤ ਹੈ। ਕਈ ਵਾਰ ਟੀਵੀ 'ਤੇ ਵੀ ਦਿਖਾਈਦਾ, ਕੋਸ਼ਿਸ਼ ਤਾਂ ਕਰੀਦੀ ਹੈ ਕਿ ਟੀਵੀ ਦੇਖਣ, ਪਰ ਫਿਰ ਵੀ ਮੋਬਾਈਲ ਤਾਂ ਰਾਜੇ ਦਿੱਤਾ ਹੀ ਜਾਂਦਾ, ਮੈਂ ਝੂਠ ਨਹੀਂ ਬੋਲਾਂਗੀ। ਕਈ ਵਾਰੀ ਥੋੜ੍ਹਾ ਜਿਵੇਂ ਹੁਣ ਕੱਲ੍ਹ ਹੀ ਕੋਈ ਮੈਨੂੰ ਫਿਲਮ ਦੀ ਸਟੋਰੀ ਸੁਣਾਉਣ ਆਏ ਸੀ, ਉਹਨਾਂ ਨੇ ਸਾਈਨ ਕਰਨਾ ਸੀਗਾ, ਅਤੇ ਮੈਂ ਕੀ ਕਰਾਂ, ਮੈਂ ਬੱਚੇ ਮੇਰੇ ਤੰਗ ਕਰ ਰਹੇ ਸੀ, ਗੱਲ ਨਹੀਂ ਸੀ ਕਰਨ ਦੇ ਰਹੇ ਹੈ ਨਾ, ਉਹ ਆਲੇ ਦੁਆਲੇ ਪੁੱਛੇ, ਅਤੇ ਮੈਂ ਥੋੜ੍ਹੀ ਦੇਰ ਲਈ ਬਿਠਾਇਆ ਉਹਨਾਂ ਨੂੰ ਮੋਬਾਈਲ ਦੇ ਕੇ। ਮਜਬੂਰੀ ਹੋ ਜਾਂਦੀ ਹੈ ਜਦ ਕਿ ਜਾਣਦੇ ਆ ਕਿ ਇਹ ਗਲਤ ਹੈ। ਮਦਰਹੁੱਡ ਦੀ ਜਦੋਂ ਇੱਕ ਗੱਲ ਹੁੰਦੀ ਹੈ ਨਾ ਮੈਮ, ਸੈਕਰੀਫਾਈਸ ਹੋ ਗਿਆ, ਮਮਤਾ ਹੋ ਗਈ, ਸਾਰਾ ਕੁਝ ਹੋ ਗਿਆ, ਇੱਕ ਲਾਸਟ ਗੱਲ ਆਉਂਦੀ ਹੈ ਕਿ ਆਪਾਂ ਨੂੰ ਨਾ ਕਦੇ ਆਪਾਂ ਇੰਨੀ ਲਾਈਫ ਦੇ ਵਿੱਚ ਬਿਜ਼ੀ ਹੋ ਜਾਂਦੇ ਹਾਂ, ਸ਼ਾਇਦ ਆਪਾਂ ਬੱਚਿਆਂ ਨੂੰ ਵੀ ਨਾ ਆਪਣੀ ਮਾਵਾਂ ਦੀ ਚੋਇਸ ਨਹੀਂ ਪਤਾ ਹੁੰਦੀ, ਅਤੇ ਮਾਵਾਂ ਨੇ ਕਦੇ ਕੋਸ਼ਿਸ਼ ਵੀ ਨਹੀਂ ਕੀਤੀ ਹੁੰਦੀ ਕਿ ਮੈਨੂੰ ਆਹ ਚੀਜ਼ ਪਸੰਦ ਹੈ। ਖਾਸ ਕਰ ਇਹ ਚੀਜ਼ ਜੁਆਇੰਟ ਫੈਮਲੀਜ਼ ਵਿੱਚ ਹੁੰਦੀ ਹੈ। ਅਗਰ ਇੱਕ ਬੰਦੇ ਨੇ ਸਬਜ਼ੀ ਖਾਣੀ ਹੈ ਨਾ, ਤਾਂ ਉਹ ਮਤਲਬ ਮਾਂ ਨਾ ਇੱਕ ਇੱਦਾਂ ਦਾ ਹੈ ਕਿ ਸਾਰਿਆਂ ਨੂੰ ਅੱਡ ਬਣਾ ਦੇਗੀ, ਬਟ ਕਦੇ ਉਹਨਾਂ ਨੇ ਆਪਦੀ ਪਸੰਦ ਨਹੀਂ ਦੱਸਣੀ, ਜਾਂ ਕਦੇ ਉਹਨਾਂ ਨੇ ਆਪਦੀ ਪਸੰਦ ਰੱਖਣੀ ਨਹੀਂ। ਤਾਂ ਮੇਰਾ ਇਹ ਸਵਾਲ ਹੈ ਕਿ ਤੁਸੀਂ ਉਹਨਾਂ ਔਰਤਾਂ ਨੂੰ, ਉਹਨਾਂ ਮਾਵਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਅੱਜ ਦੇ ਟਾਈਮ ਵਿੱਚ ਬੱਚੇ ਜਿੱਥੇ ਕੇਅਰਿੰਗ ਹੈ, ਉੱਥੇ ਆਪਦੀ ਪਸੰਦ ਰੱਖਣੀ ਚਾਹੀਦੀ ਹੈ? ਮਦਰਸ ਨੂੰ ਬਿਲਕੁਲ। ਦੇਖੋ ਅੱਜ ਕੱਲ੍ਹ ਮੇਰਾ ਵੀ ਇਹੀ ਹਾਲ ਹੈ, ਜਦੋਂ ਦੇ ਮੇਰੇ ਬੱਚੇ ਮੇਰੀ ਲਾਈਫ 'ਚ ਆਏ ਆ ਅਤੇ ਮੈਨੂੰ ਪਤਾ ਹੀ ਨਹੀਂ ਹੁੰਦਾ ਮੈਂ ਕੀ ਖਾਣਾ, ਜੋ ਉਹਨਾਂ ਨੇ ਛੱਡਿਆ ਉਹ ਖਾ ਲੈਂਦੀ, ਉਹਦੇ ਨਾਲ ਢਿੱਡ ਭਰ ਜਾਂਦਾ ਹੈ ਨਾ। ਮੇਰੇ ਬੱਚੇ ਨੇ ਛੱਡਤਾ, ਇੱਥੋਂ ਕੁਛ ਮਾੜਾ ਮਿਲ ਗਿਆ, ਉੱਥੋਂ ਕੁਛ ਮਿਲ ਗਿਆ, ਮੈਂ ਕਦੇ ਆਪਣੇ ਲਈ ਕੁਛ ਸਪੈਸ਼ਲ ਨਹੀਂ ਬਣਾਇਆ, ਪਹਿਲਾਂ ਵੀ ਨਹੀਂ ਸੀ ਬਣਾਇਆ ਖੈਰ ਕਦੇ। ਦੇਖੋ ਹਰ ਤਰ੍ਹਾਂ ਦੀਆਂ ਔਰਤਾਂ, ਕੁਛ ਔਰਤਾਂ ਇਹੋ ਜਿਹੀਆਂ ਜਿਹੜੀਆਂ ਆਪਣੇ ਸ਼ੌਕ ਪੂਰੇ ਕਰਦੀਆਂ ਨੇ, ਕਿਸੇ ਵੀ ਕੀਮਤ 'ਤੇ ਕਰਦੀਆਂ, ਉਹਦੀ ਜੇਬ ਅਲਾਓ ਕਰਦੀ ਹੈ ਨਹੀਂ ਕਰਦੀ, ਬਟ ਉਹ ਆਪਣੇ ਆਪ ਨੂੰ ਅਪ ਟੂ ਡੇਟ ਰੱਖਦੀਆਂ ਨੇ ਹੈ ਨਾ। ਕੁਛ ਮੇਰੇ ਵਰਗੀਆਂ ਵੀ ਹੈਗੀਆਂ ਨੇ ਜਿਹੜੀਆਂ ਹਰ ਗੱਲ ਨੂੰ ਸੋਚਦੀਆਂ ਚੱਲ ਛੱਡ ਪਰੇ ਹੈ ਨਾ, ਕੀ ਪਾਰਲਰ ਜਾਣਾ ਛੱਡ ਪਰੇ, ਸਰਦਾ ਹੈ ਨਾ, ਆਹ ਕੀ ਲੈਣਾ ਛੱਡ ਪਰੇ, ਮੇਰੇ ਬਹੁਤ ਕੱਪੜੇ ਪਏ ਹੈ ਨਾ, ਆਹ ਖਾਣ ਨੂੰ ਦਿਲ ਕਰਦਾ ਛੱਡ ਪਰੇ, ਘਰਾਂ 'ਚ ਆਹ ਪਿਆ ਨਾ ਬਚਿਆ ਹੋਇਆ ਕੱਲ੍ਹ ਦਾ, ਆਹੀ ਖਾ ਲੈਂਦੀ ਹੈ। ਮੈਂ ਵੀ ਉੱਦਾਂ ਦੀ ਹੀ ਮਾਂ ਹੈ ਨਾ। ਅੱਜ ਕੱਲ੍ਹ ਬੱਚੇ ਨੇ ਛੱਡਿਆ ਉਹ ਖਾ ਲਿਆ, ਆਪਣੇ ਲਈ ਕਦੇ ਸਪੈਸ਼ਲ ਕੁਛ ਨਹੀਂ ਬਣਾਇਆ, ਮੈਨੂੰ ਪਤਾ ਹੀ ਨਹੀਂ ਮੇਰਾ ਕੀ ਖਾਣ ਨੂੰ ਦਿਲ ਕਰ ਰਿਹਾ ਕੀ ਨਹੀਂ, ਬਸ ਅੱਜ ਕੱਲ੍ਹ ਇਹ ਹੈ ਕਿ ਹਾਂ ਪੇਟ ਭਰ ਗਿਆ, ਇਟਸ ਓਕੇ ਹੈ ਨਾ। ਬਟ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਆਪਣੇ ਲਈ ਜੀ ਲੈਣਾ ਚਾਹੀਦਾ, ਜਿਹੜਾ ਕਿ ਮੈਂ ਨਹੀਂ ਬਿਲਕੁਲ ਕਰ ਪਾਉਂਦੀ, ਚਾਹ ਕੇ ਵੀ ਨਹੀਂ ਕਰ ਪਾਉਂਦੀ ਸ਼ਾਇਦ ਮੇਰਾ ਸੁਭਾਅ ਇੱਦਾਂ ਦਾ। ਪਰ ਫਿਰ ਕਿਤੇ ਤੁਹਾਨੂੰ ਇਹ ਨਾ ਲੱਗੇ ਕਿ ਮੈਂ ਕੁਛ ਕਰ ਨਹੀਂ ਪਾਈ ਆਪਣੇ ਆਪ ਲਈ, ਮੇਰੀ ਲਾਈਫ ਇੱਦਾਂ ਹੀ ਲੰਘ ਗਈ। ਸ਼ਾਇਦ ਮੌਕਾ ਮਿਲੇ ਤਾਂ ਕਰ ਲੈਣਾ ਚਾਹੀਦਾ ਜਾਂ ਫੈਮਿਲੀ ਨੂੰ ਕਰਵਾਉਣਾ ਚਾਹੀਦਾ ਔਰਤਾਂ ਨੂੰ। ਜੇ ਉਹ ਆਪ ਨਹੀਂ ਕਰਦੀ ਤਾਂ ਫੈਮਿਲੀ 'ਚ ਕੋਈ ਤਾਂ ਹੋਣਾ ਚਾਹੀਦਾ ਜਿਹੜਾ ਸੋਚੇ ਕਿ ਯਾਰ ਇਹਨੇ ਕੁਛ ਖਾਧਾ ਕਿ ਨਹੀਂ ਖਾਧਾ, ਚੱਲ ਅੱਜ ਮੈਂ ਇਹਦੀ ਆਊਟਿੰਗ ਕਰਵਾ ਦਾਂ। ਮੋਸਟਲੀ ਵੈਸੇ ਦੇਖਿਆ ਜਾਂਦਾ ਕਿ ਔਰਤ ਖਾਣਾ ਬਣਾਉਂਦੀ ਹੈ, ਹਸਬੈਂਡ ਨੂੰ ਖਵਾਤਾ, ਬੱਚਿਆਂ ਨੂੰ ਖਵਾਤਾ, ਉਸ ਤੋਂ ਬਾਅਦ ਉਹ ਆਪਣਾ ਮਾੜਾ ਮੋਟਾ ਜਿਹੜਾ ਬਚਿਆ ਹੁੰਦਾ ਉਹਦੇ 'ਚ ਆਪਣੀ ਪਲੇਟ 'ਚ ਪਾ ਕੇ ਜਦੋਂ ਉਹਨੂੰ ਖਾਣ ਲੱਗ ਦਿੰਦੀ ਹੈ ਤਾਂ ਹਸਬੈਂਡ ਕਹਿ ਦਿੰਦੇ ਹੈ ਕਿ ਇੱਕ ਕੱਪ ਚਾਹ ਬਣਾਈ ਹੈ ਨਾ, ਅਤੇ ਉਹ ਕਹਿੰਦੇ ਵੀ 1 ਮਿੰਟ ਮੈਂ ਰੋਟੀ ਖਾ ਲਾਂ, ਤਾਂ ਹਸਬੈਂਡ ਕਹਿ ਦਿੰਦੇ ਆ ਵੀ ਖੜੀ ਖੜੀ ਬਣਾ ਦੇ ਤਾਂ ਕਿ ਨਾਲੇ ਰੋਟੀ ਖਾ ਲੈ, ਖੜੀ ਖੜੀ ਖਾ ਲੈ ਅਤੇ ਨਾਲੇ ਰੋਟੀ ਖਾ ਲੈ ਨਾਲੇ ਚਾਹ ਬਣਾ ਦੇ। ਮਤਲਬ ਮੈਨੂੰ ਲੱਗਦਾ ਔਰਤ ਦੀ ਇਹਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ ਵੀ ਉਹ ਵੀ ਸਕੂਨ ਨਾਲ ਬੈਠ ਕੇ ਹੈ ਨਾ, ਰਿਲੈਕਸ ਹੋ ਕੇ ਰੋਟੀ ਖਾਵੇ, ਅਤੇ ਉੱਧਰੋਂ ਬੱਚੇ ਰੌਲਾ ਪਾ ਰਹੇ ਹੁੰਦੇ ਆ। ਸੋ ਇੱਦਾਂ ਹੀ ਲੰਘ ਲੁੰਘ ਜਾਂਦੀ ਹੈ। ਸੌਰੀ ਮੈਂ ਬਹੁਤ ਸੱਚੀਆਂ ਅਤੇ ਖਰੀਆਂ ਗੱਲਾਂ ਕਹਿ ਰਹੀ ਹਾਂ।
ਐਦਾਂ ਹੁੰਦਾ ਹੈ। ਮੇਰੇ ਨਾਲ ਤਾਂ ਅਕਸਰ ਹੁੰਦਾ ਹੈ। ਅੱਜ ਸਾਡਾ ਨਾ ਮਕਸਦ ਹੀ ਇਹ ਚੀਜ਼ ਸੀ ਕਿ ਅਸੀਂ ਮਦਰਹੁੱਡ ਤੇ ਇੱਕ ਹੁੰਦਾ ਨਾ ਰਿਐਲਿਟੀ ਚੈੱਕ ਵੀ ਦਈਏ ਉਹਨਾਂ ਔਰਤਾਂ ਨੂੰ ਜੋ ਇਹ ਦੇਖ ਰਹੇ ਇੰਟਰਵਿਊ, ਕਿ ਹਾਂ ਮਾਵਾਂ ਦੇ ਵੀ ਚਾਅ ਹੁੰਦੇ ਨੇ, ਮਾਵਾਂ ਦੇ ਮਮਤਾ ਦੇ ਵਿੱਚ ਕਿੰਨਾ ਜ਼ਿਆਦਾ ਸੈਕਰੀਫਾਈਸ ਛੁਪਿਆ ਹੁੰਦਾ, ਤੇ ਖਾਸ ਕਰ ਅਗਰ ਕੋਈ ਅਦਾਕਾਰ ਬਣ ਜੇ ਤਾਂ ਜਿੱਥੇ ਉਹਨਾਂ ਦੀ ਲਾਈਫ ਸਿਰਫ ਇਰਦ ਗਿਰਦ ਇੱਕ ਸਟਾਰਸ ਦੇ ਵਿੱਚ ਨਹੀਂ ਹੁੰਦੀ ਬਟ ਫੈਮਿਲੀ ਦੇ ਵਿੱਚ ਵੀ ਹੁੰਦੀ ਹੈ। ਬਾਹਰ ਅਜੇ ਜਿਹੜੀ ਲਾਈਫ ਦਿਖਦੀ ਹੈ, ਐਕਚੁਅਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਘਰ ਵੀ ਸਾਡੀ ਉਹੀ ਜਿਹੀ ਲਾਈਫ ਹੈ। ਘਰ ਸਾਡੀਆਂ ਉਹੀ ਇੱਕ ਆਮ ਔਰਤ ਵਰਗੀਆਂ ਸਾਰੀਆਂ ਡਿਊਟੀਜ਼ ਨੇ, ਠੀਕ ਹੈ। ਹਾਂ, ਬਾਕੀ ਮੈਂ ਤੁਹਾਨੂੰ ਇਹ ਵੀ ਕਿਹਾ ਕਿ ਡਿਫਰ ਕਰਦਾ ਹਰ ਔਰਤ ਦੇ ਸੁਭਾਅ 'ਤੇ। ਹੋ ਸਕਦਾ ਮੈਂ ਚਾਹਵਾਂ ਤਾਂ ਮੈਂ 2-2 ਮੇਡ ਰੱਖ ਕੇ ਚੁੱਪ ਕਰਕੇ ਵੀ ਬੈਠ ਸਕਦੀ ਹਾਂ, ਪਰ ਮੈਨੂੰ ਉਹ ਵੇਸਟੇਜ ਲੱਗਦੀ ਹੈ। ਮੈਨੂੰ ਲੱਗਦਾ ਕਿ ਨਹੀਂ, ਹੈ ਨਾ, ਕਿਉਂ ਮੈਂ ਖੁਦ ਕਰ ਸਕਦੀ ਹਾਂ। ਤਾਂ ਇਹ ਡਿਪੈਂਡ ਕਰਦਾ ਤੁਹਾਡੇ ਸੁਭਾਅ 'ਤੇ। ਸ਼ਾਇਦ ਮੇਰਾ ਸੁਭਾਅ ਉੱਦਾਂ ਦਾ ਨਹੀਂ ਹੈਗਾ, ਹੈ ਨਾ। ਮੈਂ ਇਹ ਨਹੀਂ ਕਹਾਂਗੀ ਕਿ ਸਾਰੀਆਂ ਹੀ ਔਰਤਾਂ ਇੰਨਾ ਬਰਡਨ ਲੈਂਦੀਆਂ ਨੇ ਜਾਂ ਉਹਨਾਂ ਨੂੰ ਲੈਣਾ ਚਾਹੀਦਾ ਹੈ, ਪਰ ਤੁਸੀਂ ਆਪਣੇ ਨੇਚਰ ਨੂੰ ਜਿਹੜਾ ਉਹ ਚੇਂਜ ਨਹੀਂ ਕਰ ਸਕਦੇ, ਹੈ ਨਾ। ਅਤੇ ਫਿਰ ਮੈਨੂੰ ਜੇ ਮੈਂ ਰੱਖਦੀ ਵੀ ਹਾਂ ਤਾਂ ਮੈਨੂੰ ਲੱਗਦਾ ਯਾਰ ਮੈਂ ਬੈਠੀ ਕੀ ਕਰਦੀ ਹਾਂ, ਹੈ ਨਾ। ਬਾਕੀ ਸਾਡੀ ਲਾਈਫ ਬਾਹਰ ਅਤੇ ਅੰਦਰ ਸਾਰਿਆਂ ਦੀ ਅਲੱਗ-ਅਲੱਗ ਤਾਂ ਥੋੜ੍ਹੀ ਹੁੰਦੀ ਹੋਈ ਹੈ ਨਾ। ਸੋ ਹੁਣੇ ਮਾਂ ਸਾਨੂੰ ਕਿਹੜੀ ਫਿਲਮ ਵਿੱਚ ਦਿਖੇਗੀ, ਦੱਸ ਦਿਓ ਹੁਣ ਕਿਹੜੀ ਅਪਕਮਿੰਗ ਫਿਲਮ ਦੇ ਵਿੱਚ ਆ ਰਹੇ ਹੋ ਤੁਸੀਂ? ਪਰਸੋਂ ਰਿਲੀਜ਼ ਹੈ ਰਾਜੇ ਮੋਹ ਜੀ। ਫਿਰ ਅੱਜ ਡਬਿੰਗ 'ਤੇ ਹੈ ਮੈਂ ਚੱਲ ਜਿੰਦੀਏ, ਹੈ ਨਾ। ਫਿਰ ਕਰ ਲੈ ਮੋੜ ਮੁੜਾਈਆਂ ਆ ਰਹੀ ਹੈ ਇੱਕ, ਵਿੱਚ ਬੋਲਾਂਗਾ ਤੇਰੇ ਆ ਰਹੀ ਹੈ, ਫੁਰਤੀਲਾ ਆਣੀ ਹੈ, ਅਤੇ ਮੇਰਾ ਬਾਬਾ ਨਾਨਕ ਹੈ ਇੱਕ। ਹੁਣੇ ਮੈਂ ਹਿੰਦੀ ਫਿਲਮਾਂ, ਹਾਂ ਹਿੰਦੀ ਫਿਲਮ ਇੱਕ ਰੀਅਲ ਸਟੋਰੀ 'ਤੇ ਬਣ ਰਹੀ ਹੈ, ਉਹ ਮੈਂ ਕਰ ਰਹੀ ਹਾਂ। ਕੈਨੇਡਾ ਕਾਲਿੰਗ ਹੈ ਇੱਕ ਫਿਲਮ, ਮਤਲਬ ਚੱਲ ਰਹੀਆਂ ਰਾਜੇ ਥੋੜ੍ਹੀ ਥੋੜ੍ਹੀ ਸਟਰਗਲ ਮੇਰੀ ਤਾਂ। ਮੇਰੇ ਬੱਚਿਆਂ ਤੋਂ ਬਾਅਦ ਐਕਚੁਅਲੀ ਦੁਬਾਰਾ ਸਟਰਗਲ ਸ਼ੁਰੂ ਹੋਈ ਹੈ। ਨਵੀਂ ਜ਼ਿੰਦਗੀ ਸ਼ੁਰੂ ਹੋਈ ਹੈ ਹੁਣ। ਜਦੋਂ ਮੈਂ ਪ੍ਰੈਗਨੈਂਸੀ 'ਚ ਸੀਗੀ, ਮੇਰੀ ਡਾਕੂਆਂ ਦਾ ਮੁੰਡਾ ਆਈ ਸੀ ਅਤੇ ਮੈਨੂੰ ਬਹੁਤ ਸਾਰੀਆਂ ਕਾਲਸ ਆਈਆਂ, ਪਰ ਉਸੇ ਟਾਈਮ ਮੈਂ ਪ੍ਰੈਗਨੈਂਸੀ 'ਚ ਚਲੀ ਗਈ, ਹੈ ਨਾ। ਅਤੇ ਮੇਰੇ ਲਈ ਜ਼ਰੂਰੀ ਸੀ ਕਿ ਮੈਂ ਅਵੋਇਡ ਕਰਾਂ ਸਫ਼ਰ ਕਰਨਾ। ਫਿਰ ਬੱਚੇ ਹੋ ਗਏ, ਬੱਚਿਆਂ ਨੂੰ ਪਾਲਣ ਦੇ ਵਿੱਚ 2 ਸਾਲ ਚਲੇ ਗਏ, ਅਤੇ ਉਸ ਤੋਂ ਬਾਅਦ ਇੰਡਸਟਰੀ ਤਾਂ ਮੈਨੂੰ ਭਾਲ ਹੀ ਗਈ ਸੀ, ਅਤੇ ਦੁਬਾਰਾ ਤੋਂ ਮੈਂ ਅਪਕਮਿੰਗ ਕੀਤੀ ਹੈ ਨਾ। ਅਤੇ ਥੋੜ੍ਹੀ ਹਾਜ਼ਰੀ ਲਵਾਉਣੀ ਸ਼ੁਰੂ ਕਰ ਰਹੀ ਹਾਂ। ਹੋਪ ਸੋ ਲੋਕੀ ਹੁਣ ਮੈਨੂੰ ਹੋਰ ਬੁਲਾਉਣਾ ਸ਼ੁਰੂ ਕਰਨਗੇ। ਬਿਲਕੁਲ ਮੈਮ, ਸਾਨੂੰ ਬਹੁਤ ਚੰਗਾ ਲੱਗਦਾ ਹੈ। ਤਾਂ ਹੁਣ ਤੁਸੀਂ ਮੋਹ ਫਿਲਮ ਦੀ ਗੱਲ ਕੀਤੀ ਹੈ, ਤਾਂ ਇੱਕ ਲਾਸਟ ਸਵਾਲ ਹੈ ਮੇਰਾ ਕਿ ਹੁਣ ਤੁਹਾਨੂੰ ਤੁਹਾਡੀ ਲਾਈਫ ਦੇ ਵਿੱਚ ਕਿਸ ਚੀਜ਼ ਨਾਲ ਸਭ ਤੋਂ ਜ਼ਿਆਦਾ ਮੋਹ ਹੈ? ਮੇਰੇ ਬੱਚਿਆਂ ਨਾਲ। ਮੈਨੂੰ ਹਮੇਸ਼ਾ ਐਂ ਲੱਗਦਾ ਵੀ ਮੈਂ ਹਰ ਪਲ, ਹਰ ਸਾਹ, ਮਤਲਬ ਇੱਕ ਸਾਹ 'ਚ 100 ਵਾਰ ਜੀਵਾਂ, ਕਿਉਂਕਿ ਉਹ ਮੇਰੀ ਲਾਈਫ 'ਚ ਇੰਨੀ ਕੁ ਲੇਟ ਆਏ ਹੈ, ਅਤੇ ਮੈਨੂੰ ਲੱਗਦਾ ਵੀ ਜਿੰਨੀ ਉਹ ਲੇਟ ਆਏ ਹੈ ਮੈਂ ਉਹਨਾਂ ਦੇ ਨਾਲ ਜ਼ਿਆਦਾ ਜੀਵਾਂ, ਹੈ ਨਾ। ਅਤੇ ਮੈਂ ਹਮੇਸ਼ਾ ਵਾਹਿਗੁਰੂ ਨੂੰ ਕਹਿੰਦੀ ਹਾਂ ਵੀ ਜਿੰਨੀ ਮੇਰੀ ਲਾਈਫ 'ਚੋਂ ਲੇਟ ਆਏ ਆ ਉਨੇ ਸਾਲ ਤਾਂ ਮੈਨੂੰ ਜ਼ਰੂਰ ਦਈ ਵੀ ਮੈਂ ਆਪਣੇ ਬੱਚਿਆਂ ਨਾਲ ਰਵਾਂ। ਸੋ ਮੈਨੂੰ ਹੁੰਦਾ ਵੀ ਹਰ ਪਲ, ਹਰ ਘੜੀ, ਇੱਕ ਘੜੀ 'ਚ ਹਜ਼ਾਰ ਘੜੀਆਂ ਉਹਨਾਂ ਨਾਲ ਜੀਵਾਂ। ਮੈਮ ਤੁਹਾਡੀ ਉਮਰ ਬਹੁਤ ਲੰਬੀ ਜਾਵੇ ਅਤੇ ਤੁਸੀਂ ਇੰਡਸਟਰੀ ਦੇ ਵਿੱਚ ਹੋਰ ਤੁਹਾਨੂੰ ਇੱਕ ਮਾਂ ਦੇ ਜਿੰਨੇ ਵੀ ਰੂਪ ਹੈ ਤੁਸੀਂ ਦਿਖਾਓ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੀ ਬਹੁਤ ਜ਼ਿਆਦਾ ਤੁਸੀਂ ਖੁਸ਼ ਰਹੋ ਆਪਦੇ ਬੱਚਿਆਂ ਦੇ ਨਾਲ, ਅਤੇ ਤੁਹਾਨੂੰ ਤੁਸੀਂ ਇੱਦਾਂ ਹੀ ਮਾਵਾਂ ਦੇ ਅਲੱਗ-ਅਲੱਗ ਸ਼ੇਡਸ ਦੇਖ ਕੇ ਸਾਨੂੰ ਅੱਛੀ ਤਰ੍ਹਾਂ ਮਨੋਰੰਜਨ ਕਰਦੇ ਰਹੋ ਸਾਡਾ। ਥੈਂਕ ਯੂ ਸੋ ਨਾਈਸ ਆਫ ਯੂ। ਥੈਂਕ ਯੂ ਸੋ ਮਚ ਮੈਮ। ਸੋ ਇਹ ਸੀ ਸਾਡੇ ਨਾਲ ਅਨੀਤਾ ਮੀਤ ਜੀ, ਜਿਨ੍ਹਾਂ ਨੇ ਮਾਵਾਂ ਦੇ ਸਾਰੇ ਸ਼ੇਡਸ ਬਖੂਬੀ ਨਿਭਾਏ ਹੈ, ਦੱਸੇ ਵੀ ਹੈ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਇੰਟਰਵਿਊ ਦੇ ਰਾਹੀਂ ਜੋ ਦਰਸ਼ਕ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਪਤਾ ਲੱਗਿਆ ਹੋਊਗਾ ਕਿ ਮਾਵਾਂ ਦੇ ਵੀ ਚਾਅ ਹੁੰਦੇ ਨੇ, ਕਈ ਪੂਰੇ ਕਰ ਲੈਂਦੇ ਨੇ, ਅਤੇ ਕਈ ਫੈਮਿਲੀ ਦੇ ਜਿਹੜੇ ਹੁੰਦੇ ਹੈ ਰਿਸਪੋਂਸਿਬਿਲਿਟੀਜ਼ ਹੁੰਦੀਆਂ ਉਹਨਾਂ ਦੇ ਅੱਗੇ ਦਬਾ ਦਿੰਦੀਆਂ। ਸੋ ਹੋਰ ਖਬਰਾਂ ਲਈ ਜੁੜੇ ਰਹੋ ਫਿਲਮੀ ਜੰਕਸ਼ਨ ਦੇ ਨਾਲ।